ਸਮੇਂ ਅਨੁਸਾਰ ਲੜੀਵਾਰ ਭਗਤ ਕਬੀਰ ਸਾਹਿਬ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। 16ਵਾਂ ਸ਼ਲੋਕ ਜਿਹਦੀ ਵਿਚਾਰ ਕੱਲ੍ਹ ਵੀ ਆਪ ਜੀ ਨਾਲ ਸਾਂਝ ਕੀਤੀ ਸੀ। ਕੋਈ ਸੰਤ ਮਰੇ ਤੇ ਉਹਦੇ ਮਰਨ ਪਿੱਛੋਂ ਰੋਣਾ ਨਹੀਂ ਚਾਹੀਦਾ, ਕਿਉਂਕਿ ਉਹ ਆਪਣੇ ਘਰ ਜਾਂਦੇ ਨੇ ਤੇ ਆਪਣੇ ਘਰ ਤੋਂ ਭਾਵ ਬਣਿਆ ਨਿਜ ਘਰ। ਤੇ ਉਹ ਨਿਜ ਘਰ ਇਸ ਲਈ ਹੈ ਕਿ ਆਤਮਾ ਨੂੰ ਆਪਣਾ ਪੱਕਾ ਸਥਾਨ ਪ੍ਰਾਪਤ ਹੋ ਜਾਂਦਾ ਹੈ। ਜਿੱਥੋਂ ਆਤਮਾ ਆਈ ਹੈ ਤੇ ਜਿੱਥੇ ਆਤਮਾ ਜਾਂਦੀ ਹੈ, ਸੌਖੀ ਭਾਸ਼ਾ ਵਿੱਚ ਇਹਨੂੰ ਨਿਜ ਘਰ ਕਹਿ ਸਕਦੇ ਹਾਂ, ਜਿਸ ਨੂੰ ਕਿ ਮਹਾਰਾਜ ਸਾਨੂੰ ਰੋਜ਼ਾਨਾ ਇਹ ਸਮਝਾਉਂਦੇ ਨੇ ਵੀ ਹਰ ਇੱਕ ਵਿਅਕਤੀ ਨੇ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹਰ ਨਾ ਹੋਏ ਗੁਫੇਰਾ। ਜਦੋਂ ਨਿਜ ਘਰ ਵਿੱਚ ਪਹੁੰਚਣ ਦੀ ਵਾਰਤਾ ਚੱਲਦੀ ਹੈ ਤੇ ਉਸ ਸਮੇਂ ਇਨਸਾਨ ਉਸ ਨਿਜ ਘਰ ਨੂੰ ਕਈਆਂ ਥਾਵਾਂ ਤੇ ਲੱਭਦਾ ਹੈ। ਕਈ ਸੋਚਦੇ ਨੇ ਜਿੱਥੇ ਰੱਬ ਰਹਿੰਦਾ ਉਹ ਨਿਜ ਘਰ ਹੈ, ਹਕੀਕਤ ਹੈ, ਪਰ ਕਈਆਂ ਨੇ ਮੰਨ ਲਿਆ ਮੱਕਾ ਰੱਬ ਦਾ ਘਰ ਹੈ, ਕਿਸੇ ਨੇ ਮੰਨਿਆ ਕੋਈ ਤੀਰਥ ਸਥਾਨ ਰੱਬ ਦਾ ਘਰ ਹੈ। ਅਲੱਗ-ਅਲੱਗ ਤਰੀਕੇ ਦੇ ਨਾਲ ਉਸ ਨਿਜ ਘਰ ਦੀ ਪਰਿਭਾਸ਼ਾ ਨੂੰ ਦੁਨੀਆ ਨੇ ਤੈਅ ਕੀਤਾ, ਪਰ ਉਹ ਘਰ ਵੀ ਤੇ ਐਸਾ ਹੈ ਨਾ ਜਿਸ ਘਰ ਦੀ ਬਣਾਵਟ, ਜਿਸ ਘਰ ਦੀ ਬਣਤਰ ਮਨੁੱਖੀ ਸੋਚ ਤੋਂ ਪਰੇ ਹੈ। ਮਹਾਰਾਜ ਨੇ ਇਸ ਪ੍ਰਥਾਏ ਬਚਨ ਬਾਣੀ ਵਿੱਚ ਲਿਖਿਆ ਹੈ, ਅਦਮ ਚੰਡਾਲੀ ਭਈ ਬ੍ਰਾਹਮਣੀ, ਸੂਦੀ ਤੇ ਸ੍ਰਿਸ਼ਟਾਈ ਰੇ, ਪਾਤਾਲੀ ਆਕਾਸ਼ੀ ਸਖਣੀ, ਲਹਿਬਰ ਬੂਝੀ ਖਾਈ ਰੇ। ਹੁਣ ਪ੍ਰਭਾਵ ਇਹ ਲਿਖਿਆ ਕਿ ਜੋ ਮਤ ਚੰਡਾਲ ਵਰਗੀ ਬਣ ਚੁੱਕੀ ਸੀ, ਉਹ ਬ੍ਰਾਹਮਣੀ ਵਰਗੀ ਸਿਆਣੀ ਹੋ ਗਈ ਹੈ। ਸੰਸਾਰ ਵਿੱਚ ਜਦੋਂ ਅਸੀਂ ਕਿਸੇ ਦਾ ਹੱਕ ਮਾਰਨ ਦੀ ਸੋਚ ਲੈਂਦੇ ਹਾਂ, ਉਹ ਮਤ ਚੰਡਾਲ ਵਰਗੀ ਮਤ ਹੈ, ਕਿਉਂਕਿ ਬੰਦਾ ਮਾਰਿਆ ਤੇ ਦੁਨੀਆ ਦਾ ਚੰਡਾਲ, ਔਰ ਕਿਸੇ ਦਾ ਹੱਕ ਮਾਰਿਆ ਤੇ ਮਤ ਕਰਕੇ ਚੰਡਾਲ। ਖੈਰ ਸੰਖੇਪ ਵਿੱਚ ਅਰਜ਼ ਕਰਾਂ, ਕਿਉਂਕਿ ਕੱਲ ਤੋਂ ਵੀ ਇਹ ਵਿਸ਼ਾ ਜਾਰੀ ਹੈ। ਤੇ ਗੁਰੂ ਸਾਹਿਬ ਨੇ ਇਹ ਫਰਮਾਉਣ ਦਾ ਯਤਨ ਕੀਤਾ ਹੈ ਕਿ ਇਨਸਾਨ ਸਮਝ ਸਕੇ ਕਿ ਇਹ ਸੂਦੀ ਤੋਂ ਸ੍ਰਿਸ਼ਟਾਈ ਤੱਕ ਚੱਲੇ, ਚੰਡਾਲ ਮਤ ਤੋਂ ਸਿਆਣੀ ਮਤ ਤੱਕ ਪਹੁੰਚੇ। ਤੇ ਫਿਰ ਇਹ ਵੀ ਕਿਹਾ, ਅਗਲਾ ਬਚਨ ਕਹਿੰਦੇ ਨੇ, ਘਰ ਕੀ ਬਿਲਾਈ ਅਵਰ ਸਿਖਾਈ, ਮੂਸਾ ਦੇਖ ਡਰਾਈ ਰੇ। ਕਈ ਬਚਨ ਬਾਣੀ ਦੇ ਐਸੇ ਨੇ ਜੋ ਦੁਨਿਆਵੀ ਉਦਾਹਰਣ ਵਿੱਚ ਬੜੇ ਉਲਟੇ ਜਿਹੇ ਲੱਗਦੇ ਨੇ, ਵੱਖਰੇ ਲੱਗਦੇ ਹਨ, ਅਜੀਬ ਜਿਹੇ ਲੱਗਦੇ ਨੇ। ਵੀ ਘਰ ਕੀ ਬਿਲਾਈ, ਘਰ ਦੀ ਬਿੱਲੀ ਹੈ, ਅਵਰ ਸਿਖਾਈ ਕਿਸੇ ਨੇ ਸਿਖਾ ਦਿੱਤੀ, ਤੇ ਮੂਸਾ ਦੇਖ ਡਰਾਈ ਰੇ, ਤੇ ਹੁਣ ਚੂਹੇ ਨੂੰ ਵੇਖ ਕੇ ਡਰਦੀ ਹੈ। ਅਗਰ ਸ਼ਬਦਿਕ ਮਾਇਨੇ ਲਈਏ ਤੇ ਅੱਖਰੀ ਅਰਥ ਤੇ ਇਹੀ ਬਣਨਗੇ, ਪਰ ਘਰ ਕੀ ਬਿਲਾਈ, ਹੁਣ ਇਹ ਜੋ ਸਾਡਾ ਜੀਵਨ ਹੈ ਇਹਨੂੰ ਘਰ ਮੰਨੀਏ ਤੇ ਇਹਦੇ 'ਚ ਬਿੱਲੀ ਰਹਿੰਦੀ ਹੈ, ਕੌਣ? ਮਤ। ਅਵਰ ਸਿਖਾਈ, ਹੁਣ ਸਮਝਿਓ ਗੁਰੂ ਸਾਹਿਬ ਨੇ ਕਿਤਨੀ ਚੋਟ ਕੀਤੀ ਹੈ ਕਿ ਹੇ ਇਨਸਾਨ ਤੇਰੇ ਕੋਲ ਮਤ ਸੀ, ਘਰ ਕੀ ਬਿਲਾਈ। ਅਵਰ ਸਿਖਾਈ, ਤੈਨੂੰ ਕਿਸੇ ਨੇ ਕਹਿ ਦਿੱਤਾ ਧਾਗੇ ਵਾਲੇ ਕੋਲ ਚਲਾ ਜਾ, ਤੂੰ ਚਲਾ ਗਿਆ, ਤੇ ਹੁਣ ਇਹੀ ਹੋਇਆ ਨਾ, ਘਰ ਕੀ ਬਿਲਾਈ ਅਵਰ ਸਿਖਾਈ। ਦੂਜੇ ਨੇ ਸਿਖਾ ਦਿੱਤਾ, ਤੂੰ ਪਿੱਪਲ ਵਾਲੇ ਕੋਲ ਚਲਾ ਜਾ, ਇਹਦੇ ਕੋਲ ਚਲਾ ਜਾ, ਜੋਤਸ਼ੀ ਕੋਲ ਚਲਾ ਜਾ, ਫਲਾਣੇ ਕੋਲ ਚਲਾ ਜਾ, ਉਹ ਬਾਬੇ ਕੋਲ ਚਲਾ ਜਾ, ਪੀਰ ਕੋਲ ਚਲਾ ਜਾ, ਫਕੀਰ ਕੋਲ ਚਲਾ ਜਾ। ਜਿੱਧਰ ਕਿਸੇ ਨੇ ਕਿਹਾ ਉੱਧਰ ਹੀ ਤੁਰ ਪਿਆ, ਅਵਰ ਸਿਖਾਈ। ਇਹ ਬਚਨ ਜਦੋਂ ਕਈ ਵਾਰ ਇਹਦੇ ਅਰਥ ਸ਼ਾਬਦਿਕ ਤੌਰ ਤੇ ਪੜ੍ਹੇ, ਕਈ ਵਿਦਵਾਨਾਂ ਦੇ ਪੜ੍ਹੇ, ਪ੍ਰਤੀਤ ਇਹੀ ਹੋਇਆ ਹਰ ਕਿਸੇ ਲਈ ਕਿ ਮਹਾਰਾਜ ਨੇ ਇਤਨੀ ਗੰਭੀਰਤਾ ਦੇ ਨਾਲ ਬੰਦੇ ਦੀ ਸੋਚ ਉੱਤੇ ਚੋਟ ਕੀਤੀ ਹੈ ਕਿ ਸਿਖਾਉਣ ਵਾਲਾ ਤੇ ਗੁਰੂ ਬੈਠਾ ਹੈ ਨਾ, ਅਸੀਂ ਸਿੱਖਿਆ ਕਿਹਦੀ ਲੈਣੀ ਹੈ? ਗੁਰੂ ਦੀ। ਗੁਰ ਕੀ ਮਤ ਤੂੰ ਲੈ ਆਨੇ। ਤੇ ਫਿਰ ਮਹਾਰਾਜ ਨੂੰ ਇਹ ਕਹਿਣਾ ਪਿਆ, ਬਈ ਤੂੰ ਗੁਰੂ ਕੀ ਮਤ ਤੇ ਲਈ ਨਹੀਂ, ਘਰ ਕੀ ਬਿਲਾਈ ਅਵਰ ਸਿਖਾਈ। ਤੇਰੇ ਘਰ ਦੀ ਬਿੱਲੀ ਸੀ, ਤੇਰੇ ਘਰ ਦੇ ਵਿੱਚ ਹੀ ਰਹਿੰਦੀ ਹੈ, ਤੇਰੀ ਮਤ ਸੀ, ਸਿਖਾ ਕਿਸੇ ਹੋਰ ਨੇ ਦਿੱਤੀ। ਉਹਦਾ ਅਸਰ ਕੀ ਹੋਇਆ ਕਿ ਜਿਸ ਮੂਸੇ ਤੋਂ ਡਰਨਾ ਨਹੀਂ ਸੀ, ਉਹਨੂੰ ਦੇਖ ਕੇ ਡਰਨ ਲੱਗ ਪਈ। ਮੂਸਾ ਕੌਣ ਹੈ? ਮਨ।
मन विकारां वल जांदा है। मन नूं काबू रखना सी, मन नूं कंट्रोल। बिल्ली चूहे तो थोड़ी डरेगी। मत मन तो नहीं ना डरनी चाहिए, पर हुंदा यही उल्टा हो रहा, हर इंसान नाल हो रहा। और हर कोई बंदा अपने मन में जद विचारेगा ना कि ऐसा किस किस नाल हो रहा, प्रतीत यही होएगा सब नाल ऐसा हुंदा पिया। सारियां दी मत अपने मन तो डरदी है। मन जो कहता है चलो जी कर लो। बुद्धि विचार जरूर देंदी है, दखल जरूर करती है कि भाई मना यह काम ठीक नहीं कर रहे, पर सुनदा कौन है? महाराज नूं तां ही ते लिखना पिया, मूसा देख डराई रहे। बुद्धि जिहड़ी है वह मन नूं वेख के डर जाती है। तो जद बुद्धि मन नूं वेख के डर गई तो सारे काम हो रहे ने जो मन चाह रहा। घर की बिलाई अवर सिखाई, मूसा देख डराई रे। फिर साहब कहते ने गुरु नूं कोई काम करना पैंदा, भी हालात ये बन जाते ने। अज कै वस गुर कीनो केहर, केहर कहते ने शेर, अज कहते ने बकरी। बकरी दे वस विच गुरु ने शेर नूं पा दिता। मत बकरी वर्गी बन गई सी, मत कमज़ोर जी बन गई सी, मत मजलूम बन गई सी। मत ने हथ खड़े कर दिते सन कि मेरे कोलों कुछ नहीं हो रहा, लेकिन गुरु ने मत नूं इन्ना मजबूत बना दिता कि अज कै वस गुर कीनो केहर, जिहड़ा शेर बन चुका सी मन, वो गुरु ने मत दे वस विच पा दिता। हुण जदों मत दे वस विच आ गया मन, फिर सारे काम चंगे होणगे। फिर की होना है? फिर वो प्रभाव लिखिया गुरु साहब ने, कहते फिर उस तो बाद जद मत मन नूं कंट्रोल करती है तो मन विकारां वल नहीं जाएगा, मत दे वस विच आ गया। फिर निज घर की सोझी हुंदी है। हुण उस निज घर तक इसलिए उस विचार नूं कल तो अज दे तक आप जी नाल सांझ करन दा बचन रखिया सी, क्योंकि कुछ विचारां सन जो आप जी नाल जरूर सांझियां करनियां सन। निज घर के संबंध विच बड़ा औखा लभना। फिर साहब कहते हैं कि इस तरीके नाल ये निज घर तक पहुँच हुंदी है कि जदों असीं मत नूं बड़े सुचज्जे ढंग दे नाल तगड़ियां बना के अगे तोरदे हैं, फिर की होएगा? बाज थूनियां छपरा थम्मिया। पिलर तो बिना कोई मकान बन जाए पर बनता है। निज घर बिना पिलर तो ही बनया। ते थेवा अचरज लाया है। थेवा कहते ने ये अरबी भाषा का लफ्ज़ है नग। बहुत सोहना जिद चिड़िया होवे। हुण बिना थम्मा तो छपरा थम दिता। छपरा यानी एक झोंपड़ी बना दी, एक घर बना दिता, तो उहदे च एक आश्चर्यता भरिया नग लगा दिता। बनाई जद छपरी है, फिर नग किवें? छपरी इसलिए काया गुरु सवारियो कदे भी फना हो जानी है। नग है वो परमात्मा की जोत, वो रब ने टिका दिती है शरीर विच। बाज थूनिया छपरा थम्मिया नी घरिया घर पाया रे। जिहड़े बेघर तुरे फिरते सन उन्हां नूं निज घर मिलिया। अज जोनां विच आपां फिरदे आ ना, ये सब बेघर ने। निज घर थोड़ी है वो। कई जन्म वह कीट पतंगा, कई जन्म गजमीन कुरंगा, कई जन्म पंखी सर्प होयो। ये किसी का निज घर नहीं है, सब बेघर ने। सारिया आत्मावां नूं सज़ा मिली हुई है, सारे भटक रहे ने, कोई किसी जोन विच, कोई किसी जोन विच। इसलिए बाबा फरीद साहब ने भी कहा है, फरीदा गोर निमाणी सड़ करे नी घरिया घर आओ। संत मुए क्या रोइया जो अपने ग्रह जाए। अपने ग्रह ते निघर कौन है, बेघर कौन है? हर वो बंदा बेघर है जिहड़ा उस परमात्मा के घर तक नहीं जा सकिया। तो पंचम पातशाह जी लिख रहे ने, नी घरिया कर पाया रे, बिन जड़िए लै जड़ियो जड़ावा थेवा अचरज लाया रे। हुण जिस वेले ऐसी अवस्था किसी की बनती है, उस जड़ावे तक पहुँचे, उस थेवे तक पहुँचे, तो निज घर की फिर प्राप्ति होंदी, क्योंकि समझ आ जाती है कि उतों तक मैं पहुँचना है। एक होर प्रभाव, लोग कहेंगे जी देखो घर भावें किसी का होवे,
जद असी किसी महल्ले च वड़ते हाँ, कई बार ऐसा होंदा जिवें अगर रोड विच एंट्री कर भी गए ना तो नंबर भी सानू पता होवे, लेकिन नंबर दे नाल हुण एड्रैस उत्ते नंबर लिखिया मकान दा, लेकिन मकान नंबर हुण ए है, बी है, फर्स्ट फ्लोर है, सैकेंड फ्लोर है, ये भी तो नहीं ना पता होंदा। ये तो फिर लागे जाके ही पुछना पैंदा किसी नूं। रोड तक पहुँच गए, घर दे सामने खड़े हैं, पर फिर भी नहीं पता होंदा कि किहड़े फ्लोर च वड़ना। हुण इस बाबत महाराज का एक बचन सतगुर पातशाह जी कहिंदे ने कि वो तो है ही रब का घर ना, बड़ा अगम। एक बंदे का घर लभना औखा, रब का घर फिर कित्थे सौखा लभ जाएगा। तो सतगुरां ने फिर लिखिया, कहंदे अगम रूप का मन में थाना, गुर प्रसाद किने विरले जाना। सहज कथा के अमृत कुंटा, जिसे प्रापत तिसले पुंचा। अनहद बाणी थान निराला, वो तो निराली थान है। ताकि धुन मोहे गोपाला, आखिरी पंक्ति साहब कहते ने हरख अनंत सोग नहीं बीया। रब दे घर विच किसी दे घर जाइए, कहंदा अगर अंदर खुशियां मना रहे ने तो ढोल ढमके की आवाज़ आएगी, जे उदास ने तो गमगीन शांति रहेगी। पर रब दा घर होएगा तो कुछ पहचान वक्री है। कहंदे हरख अनंत सोग नहीं बीया, सो घर गुर नानक को दिया। एक बारी प्यार नाल आखो सतनाम। रब ने वो घर, ਉਹਦਾ एड्रैस, वो थां गुरु नानक नूं दे दित्ती है। साडे हत्थ विच एड्रैस नहीं है, असीं सिर्फ एक भुले भुलेखे संसार विच भटक रहे हैं। निज घर तक जाण लई गुरु नानक दा लड़ पकड़ना पएगा। तो यह भी गुरु सवारिओ कोई कोई गाइड ऐसा मिलता जे जिहड़ा कहंदा चल भाई मैं तैनूं लैके चलना। तो गुरु नानक साहब महाराज तो तुसीं जाणदे हो इतिहास। लैणा जी ने पूछया भी मैं नानक तपा जी नूं मिलना है, तो उन्हां दी लगाम पकड़ के आप ही लैके गए ने। तो जे निज घर वास्ते गुरु नानक दा लड़ किसी ने फड़िया तो गुरु ने उत्थे पहुँचा देना है। यतन साडा अपना होना चाहिए। जे असीं ये कोशिश कीती तो फिर उस निज घर तक साड़ी पहुँच बड़ी आसानी दे नाल हो सकती है, क्योंकि अपनी मनमर्जी अनुसार नहीं, गुरु दे हुक्म विच ही उस घर तक पहुँच हो सकेगी। जिन्हें ने जानिया है, जिन्हें ने समझिया है, उहदे वास्ते ये जरूरी है कि हुण उस घर तक जब पहुँचना है तो ये बचन शायद पहलों भी आप नाल साझे कीते ने, विशा बनिया तो अर्ज कर रहे हैं। साहब कहते ने 9 दर ठाके धावत रहाए। जो आनंद साहब की विचार चल रही सी, शायद उदों विचार सामने आई सी। हर जीओ गुफा अंदर रख के वाजा पवन वजाया, 9 द्वारे प्रगट किए, 10वां गुप्त रखाया। वो जो 9 द्वारे ने ना, 2 अखां ने, 2 कन हन, नासका जुबान ते जनन इंद्रियां, ये 9 दरवाजे जिहड़े ने इन्हां नूं बंद रखना। बंद तो भाव है अखां माड़ा ना वेखण, कन माड़ा ना सुनन, नासका वासना च ना होवे, जुबान निंदा ना करे, माड़ा ना बोले, माड़े रसां विच ना फसे, कुकर्म ना होण इंसान कोलों। ते जदों ये 9 द्वारे रुक गए विकारां वल्लों, 9 दर ठाके, ठाके रोक ला देनी, धावत रहाए, ये दौड़न ना विकारां वल। तो फिर की होएगा? 10वें निज घर वासा पाए, उत्थे फिर 10वें निज घर विच फिर वासा प्राप्त होएगा। इसलिए कबीर जी जिस घर की गल कर रहे ने, वो घर है ही ऐसा है जिथे जाके इंसान महसूस करता है कि हाँ हुण मैं अपने निज घर विच पहुँच गया। हुण एक अखीरी गल होर सांझी करा, घर पहुँच गए, जगह भी मिल गई, रास्ता भी मिल गया, सब कुछ प्राप्त हो गया, लेकिन अगे ताला लगा होवे ते जाहिर जी गल है, घर जिन्ना कीमती समान पिया होएगा उन्ना वड्डा ताला लगना। साम संभाल तो उस हिसाब नाल होएगी ना। ये तो है नहीं भी रब दा घर है, जद असी अपना सधारण जिहा घर भी खुला छड्ड के नहीं जाण नूं तैयार, तो रब एवें अपना घर खुला थोड़ी छड्ड देगा, वो भी तो ताला लाएगा ही, वो भी तो बंद करेगा घर नूं। हुण जदों रब ने भी अपना घर बंद रखना है, तो सानू फिर लभना पेगा वो बंदा जिहदे कोल पूंजी होवे। हुण रब ने सीधा पूंजी थोड़ी देनी है, हो सकता है किसी नूं दे गया होवे। जदों असीं जांदे हां किते, मैं ऐसा सुनिया कीता भी है
कि जदों किते जाना पे तो गुआढ़ी नूं कई बारी कुंजी दे जाईदी भी, लै चाबी, बच्चे आउणगे उन्हां नूं दे दें, भरा आएगा उन्होंने दे दें, या कोई होर आया साडे घर दा मैंबर उन्होंने यह चाबी फड़ा दें। किसी जानकार नूं चाबी दे जाईदी है। तो परमात्मा ने गुरु सवारियो ऐसा किया। मैं बचन पढ़ देना। सतगुरु साहब ने फरमाया, कहने लगे, गुर कुंजी पाहू निवल, मन कोठा तन छत। किन्ने सौखे बचन ने और बड़ा आसान तरीके दे नाल गुरु साहब ने दसिया भी निज घर की जो चाबी है वह किहदे हथ विच है। कहते नानक गुर बिन मन का ताक ना उगड़ै, अवर ना कुंजी हथ। किसी होर दे हथ विच कुंजी नहीं है। आप एवें लभदे फिरदे हैं, किसी कोल जाके पुछिए भी रब दे घर की कुंजी दस दिओ जी, परमात्मा दे घर का रस्ता दस दिओ जी। तो उस प्रभाव में दुनिया इधर उधर एवें भटकती रहेगी। सतगुरु पातशाह जी ने आप बड़े सहज विच एक दो प्रमाण अर्ज करा जिथे निज घर की गल बन सकती है। गुरु नानक साहब महाराज जदों वेई नदी विच गए ने, उस वेले मन सकते हाँ उत्थे गुरु साहब निज घर पहुँचे, रब दे घर पहुँचे, रब नाल वार्ता हुई है। संसार विच किवें लोकां नूं उपदेश देना है, इस लुकाई नूं किस दे नाल जोड़ना है, एक अकाल दी भगती किवें सारिਆਂ सामने करनी है, ये सारियां चीज़ां दी विचार करन वास्ते उस एक कोल गए ने। इसलिए मन्निया जा सकता है कि वेई नदी विच प्रवेश महाराज का निज घर विच वासा है। दूसरा प्रमाण जदों सत पाताल सत आकाश की बजाय महाराज ने लखां पाताल दस्तगीर दे बेटे नूं दिखाए ने, जिहदा जिक्र भाई गुरदास जी ने किया। वो एक वाकया, वो इतिहास की घटना ही कैसी जिथे महाराज निज घर तक पहुँचे ने। वो एक अवस्था ऐसी है। इसलिए जिन्हां जिन्हां ने यह महसूस करना होवे ते इतिहास दीयां वो घटनावां अपने जहन विच रख के पढ़ के उन्होंने महसूस किया जा सकता है। तो गुरु सारियो भगतां दे जीवन विच ते ऐसा कई बार वापरिया जद वो उस परमात्मा नूं मिले ने। भगत कबीर जी नूं जिस वेले कुछ मोमिन व्यक्ति जिहड़े इस्लामी धर्म नाल विश्वास रखते सन, भरोसा रखते सन, वो कहते हैं कबीर साहब भी तुसीं साडे धर्म नूं भी शर्मिंदा कर रहे हो और जिहड़ी गल करदे हो भी खुदा दे घर रब दे घर जाना, वो कित्थे जाओगे, किवें जाओगे? ना मूसा अलैहिस्सलाम गए, ना हज़रत साहब गए, मुहम्मद साहब तक नहीं गए, तुसीं करदे हो भी मैं उत्थे पहुँचना है, किवें पहुँच जाओगे? तो वह कहने लगे भी देखो मैं अपने हिसाब नाल मन चुका। कहने लगे भी तेरे परिवार विच ऐसा नहीं। कहते परिवार की गल छड्डो, मैं सिर्फ इसे जीवन विचों नहीं बल्कि मैं तो पिछले जन्म तो उस परमात्मा के घर नूं लभ रहा। उहदी भगती मैं उदों तो शुरू की, तुसीं चाहुंदे होणे थे आके छड्ड दियां सारा कुछ। उन्हां लिखिया, कहण लगे पूर्व जन्म हम तुमरे सेवक अब तो मिटिया ना जाई। तो हुण वेखो निज घर की गल उन्हां भी की, कहंदे तेरे द्वारा धुन सहज की भी हे परमात्मा पिछले जन्म तो तेरी भगती कर रहे हैं, तो जिहड़े तेरे द्वारे उत्ते जिहड़ी सहज की धुन वजदी है ना, तेरे द्वारा धुन सहज की माथे मेरे दगाई। कहंदे वो मेरे मत्थे विच आके रोज़ सुनाई दिंदी है, रोज़ तेरे दर तो मैनूं इंज लगदा है तू आवाज़ां पिया मारदा है। हुण ये जो सहज धुन है ना, जद नाम की धुन विच जुड़ांगे तां रब दे उस द्वारे की सहज धुन प्राप्त होएगी। भगतां ने किड्डे किड्डे तगड़े भेद लिखे ने। जद तक बाणी नूं असीं परंपरा के तौर पर पढ़ांगे ना, वो आनंद नहीं आएगा। बाणी पढ़दियां पढ़दियां किसी एक पंक्ति की विचार विच खो गए और उहदी तह तक जाण दा उपराला कीता, फिर महसूस होएगा कि महाराज ने सानू कहा की है। नहीं तो दोनों वक्त जिहड़ी विचार चल रही है ना, दोनों वक्त नितनेम बाणी विच रह रस विच भी जपजी विच भी महाराज ने कहा है सोदर तेरा केहा सो कर केहा, रह रस विच, ते सोदर केहा सो कर केहा ये जपजी विच।
ਦੋਨੋਂ ਵਕਤ ਮਹਾਰਾਜ ਨੇ ਸਮਝਾਇਆ ਹੈ ਵੀ ਗੁਰਸਿੱਖਾ ਰੱਬ ਦਾ ਘਰ ਨਾ ਭੁੱਲ ਜਾਈਂ, ਉਹਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਜੁੜਿਆ ਰਹੀਂ। ਤੇ ਫਿਰ ਉਹ ਕਹਿੰਦੇ ਨੇ ਤੇਰੇ ਦੁਆਰਾ ਧੁਨ ਸਹਿਜ ਕੀ ਮੱਥ ਹੈ ਮੇਰਾ ਦਗਾਈ। ਕਹਿੰਦੇ ਹੁਣ ਉਹ ਧੁਨ ਤੇਰੇ ਦਰ ਦੀ ਮੇਰੇ ਮੱਥੇ ਤੇ ਦਾਗੀ ਗਈ ਹੈ। ਕਹਿੰਦੇ ਜਦੋਂ ਦਾਗ ਦਿੱਤਾ ਜਾਏ, ਦਾਗ ਦੇਣਾ ਕੀ ਹੁੰਦਾ, ਲੋਹੇ ਦੀ ਮੋਹਰ ਗਰਮ ਕਰਕੇ ਮੱਥੇ ਤੇ ਲਾ ਦਿੱਤੀ ਜਾਂਦੀ ਹੈ ਜਾਂ ਸਰੀਰ ਦੇ ਕਿਸੇ ਅੰਗ ਤੇ ਉਹ ਨਿਸ਼ਾਨ ਬਣ ਜਾਂਦਾ ਹੈ। ਤੇ ਕਹਿੰਦੇ ਜਦੋਂ ਹੁਣ ਪ੍ਰਮਾਤਮਾ ਤੇਰੇ ਦਰ ਦਾ ਭਗਤ ਹਾਂ, ਦਾਗਿਆ ਹੋਇਆ ਭਗਤ ਹਾਂ, ਮੋਹਰ ਲੱਗ ਚੁੱਕੀ ਹੈ, ਦਾਗੇ ਹੋਏ ਸੋ ਰਣ ਮੈਂ ਜੂਝੈ ਬਿਨ ਦਾਗੇ ਭਾਗ ਜਾਈ। ਕਹਿੰਦੇ ਮੈਂ ਤੇ ਰੱਬਾ ਦਾਗਿਆ ਹੋਇਆ ਹਾਂ, ਮੈਂ ਹੁਣ ਪਿੱਛੇ ਵੀ ਨਹੀਂ ਹਟ ਸਕਦਾ। ਜਿਹੜੇ ਹੋਰ ਨੇ ਨਿਗੁਰੇ ਇਨਸਾਨ ਉਹ ਭਾਵੇਂ ਜਾ ਸਕਦੇ ਨੇ, ਉਹ ਭਾਵੇਂ ਪਿੱਛੇ ਹਟ ਸਕਦੇ ਨੇ। ਗੁਰੂ ਸਵਾਰਿਓ, ਭਗਤ ਕਬੀਰ ਜੀ ਨੇ ਕਟਾਕਸ਼ ਕਰ ਦਿੱਤਾ ਉਹਨਾਂ ਉੱਤੇ ਜਿਨ੍ਹਾਂ ਨੇ ਗੁਰੂ ਕਾ ਬਚਨ ਨਹੀਂ ਮੰਨਿਆ। ਤੇ ਇਹ ਗੁਸਤਾਖੀ ਮੈਂ ਵੀ ਕਰ ਦਿੰਦਾ, ਮੈਂ ਤੇ ਸ਼ਾਬਦਿਕ ਅਰਥ ਹੀ ਕਰਾਂਗਾ ਨਾ। ਦਾਗੇ ਹੋਏ ਸੋ ਰਣ ਮੈਂ ਜੂਝੈ, ਜਿਹੜੇ ਗੁਰੂ ਵਾਲੇ ਨੇ ਸਮਝੋ ਦਾਗੇ ਹੋਏ ਨੇ, ਨਿਸ਼ਾਨ ਹੈ ਉਹਨਾਂ ਦੇ ਮੱਥੇ, ਨਿਸ਼ਾਨ ਹੈ ਉਹਨਾਂ ਦੇ ਨਾਮ। ਹੁਣ ਤੁਹਾਡੇ ਨਾਮ ਵਿੱਚ ਫਸਟ ਨੇਮ ਚਾਹੇ ਲਾਸਟ ਨੇਮ, ਫਸਟ ਨੇਮ ਸਰਦਾਰ, ਲਾਸਟ ਨੇਮ ਸਿੰਘ। ਤੁਸੀਂ ਸੋਚੋ ਕਿ ਉਹ ਹੋਰ ਕੋਈ ਮੋਹਰ ਲੋਹੇ ਦੀ ਗਰਮ ਕਰਕੇ ਮੋਢੇ ਤੇ ਲੱਗੇਗੀ, ਉਹ ਮੋਹਰ ਦੀ ਗੱਲ ਨਹੀਂ ਕਰ ਰਹੇ ਗੁਰੂ ਸਾਹਿਬ। ਇਹ ਦਾਗਿਆ ਹੋਇਆ ਉਹ ਚੀਜ਼ ਜਿਹੜੇ ਜੇ ਅਸੀਂ ਫਸਟ ਨੇਮ ਸਰਦਾਰ ਆਪਣੇ ਅੱਗੇ ਲਗਾਇਆ, ਲਗਾਉਣਾ ਹੀ ਹੈ, ਇੱਜ਼ਤ ਸਭ ਨੂੰ ਚਾਹੀਦੀ ਹੈ। ਲਾਸਟ ਨੇਮ ਸਿੰਘ ਲਗਾਉਂਦੇ ਆ, ਉਹ ਵੀ ਹੈ, ਤੇ ਇਹ ਗੁਰੂ ਕੀ ਮੋਹਰ ਹੋਈ ਨਾ। ਤੇ ਦਾਗੇ ਹੋਏ ਸੇ ਰਣ ਮੈਂ ਜੂਝੈ ਬਿਨ ਦਾਗੇ ਭਾਗ ਜਾਈ। ਹੁਣ ਜਿਹੜਾ ਨਹੀਂ ਗੁਰੂ ਨੂੰ ਮੰਨਦਾ, ਨਹੀਂ ਗੁਰੂ ਵਾਲਾ, ਉਹ ਭਾਵੇਂ ਪਿੱਛੇ ਹਟ ਜਾਏ, ਬਾਕੀਆਂ ਨੂੰ ਤੇ ਪਿੱਛੇ ਵੀ ਨਹੀਂ ਹਟਿਆ ਜਾਣਾ, ਚੱਲਣਾ ਹੀ ਪਏਗਾ ਇਸ ਧਰਮ ਦੇ ਮਾਰਗ ਤੇ। ਇਨਕਾਰ ਦੀ ਸੰਭਾਵਨਾ ਖਤਮ ਹੈ। ਮਨਾ ਨਹੀਂ ਕਰ ਸਕਦਾ ਕਿ ਮੈਂ ਭਗਤੀ ਨਹੀਂ ਜੀ ਕਰਾਂਗਾ, ਮੇਰੇ ਕੋ ਸਿਮਰਨ ਨਹੀਂ ਹੋਏਗਾ, ਮੈਂ ਬਾਣੀ ਨਹੀਂ ਪੜ੍ਹ ਸਕਦਾ, ਨਹੀਂ, ਇਨਕਾਰ ਦੀ ਸੰਭਾਵਨਾ ਖਤਮ। ਇਸ ਲਈ ਕਿਹਾ ਦਾਗੇ ਹੋਏ ਸੋ ਰਣ ਮੈਂ ਜੂਝੈ ਬਿਨ ਦਾਗੇ ਭਾਗ ਜਾਈ। ਸਾਧੂ ਹੋਏ ਸੋ ਭਗਤ ਪਛਾਨੈ ਹਰ ਲਏ ਖਜ਼ਾਨੈ ਪਾਈ। ਤੇ ਫਿਰ ਅੱਗੇ ਉਹਨਾਂ ਨੇ ਸਪਸ਼ਟ ਕੀਤਾ, ਕਹਿਣ ਲੱਗੇ ਵੀ ਜਿਹੜੇ ਤੁਰ ਪਏ ਗੁਰੂ ਦੇ ਮਾਰਗ ਤੇ, ਫਿਰ ਕਹਿੰਦੇ ਨੇ ਅੱਗੇ ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ ਗੁਰ ਦੀਨੀ ਬਸਤ ਕਬੀਰ ਕੋ। ਗੁਰੂ ਇੱਥੇ ਗੁਰੂ ਕਿਹਾ ਹੈ ਉਹਨਾਂ ਨੇ ਪਰਮਾਤਮਾ ਨੂੰ। ਰਾਮਾਨੰਦ ਜੀ ਨੇ ਸਵੀਕਾਰ ਨਹੀਂ ਕੀਤਾ ਸੀ, ਬਾਅਦ ਵਿੱਚ ਫਿਰ ਉਹਨਾਂ ਨੇ ਮੰਨਿਆ। ਪਰ ਇਸ ਪੱਖ ਵਿੱਚ ਜਦੋਂ ਉਹਨਾਂ ਨੇ ਕਿਹਾ ਨਾ ਗੁਰ ਦੀਨੀ ਬਸਤ ਕਬੀਰ ਕੋ ਲੇਵੋ ਬਸਤ ਸੰਭਾਰ, ਕਹਿੰਦੇ ਮੈਂ ਉਹ ਵਸਤੂ ਸੰਭਾਲ ਲਈ ਹੈ ਜੋ ਰੱਬ ਨੇ ਨਾਮ ਦੀ ਅਮੋਲਕ ਦਾਤ ਦਿੱਤੀ ਸੀ। ਹੁਣ ਰੱਬ ਨੇ ਕਬੀਰ ਨੂੰ ਦਿੱਤੀ ਉਹ ਕੀਮਤੀ ਵਸਤੂ, ਤੇ ਕਬੀਰ ਸਾਹਿਬ ਨੇ ਦੇਖੋ ਆਪਣੇ ਕੋਲ ਨਹੀਂ ਰੱਖੀ, ਉਹਨਾਂ ਨੇ ਅੱਗੇ ਵੰਡ ਦਿੱਤੀ। ਕਹਿੰਦੇ ਕਬੀਰ ਦੀ ਸੰਸਾਰ ਕੋ। ਹੁਣ ਕਿਹੜੇ ਕਿਹੜੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਕਬੀਰ ਸਾਹਿਬ ਦੇ ਹੱਥੋਂ ਫਿਰ ਉਹ ਵਸਤੂ ਲਈ ਹੋਵੇ, ਭਾਵ ਉਹਨਾਂ ਦੇ ਸਿਧਾਂਤ ਅਨੁਸਾਰ ਚੱਲ ਕੇ ਜਿਨ੍ਹਾਂ ਨੇ ਆਤਮਿਕ ਅਵਸਥਾ ਹਾਸਲ ਕੀਤੀ ਹੋਵੇ। ਕਬੀਰ ਦੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ, ਉਹਨੇ ਲੈਣੀ ਹੈ ਜਿਹਦੇ ਮੱਥੇ ਤੇ ਭਾਗ ਚੰਗੇ ਹੋਣ। ਤੇ ਇਸੇ ਪੱਖ ਵਿੱਚ ਅੰਮ੍ਰਿਤ ਰਸ ਤਿਨ ਪਾਇਆ ਥਿਰ ਤਾਕਾ ਸੁਹਾਗ। ਕਹਿੰਦੇ ਉਹ ਫਿਰ ਟਿਕ ਜਾਂਦੇ ਨੇ ਉਸ ਰੱਬ ਦੇ ਨਾਮ ਵਿੱਚ। ਗੁਰੂ ਸਵਾਰਿਓ, ਜਦ ਭਗਤੀ ਕਰਦੇ ਹਨ, ਕਦੇ ਕਦੇ ਅਗਰ ਇੰਜ ਲੱਗੇ ਕਿ ਮਨ ਉੱਥੇ ਰੁਕ ਜਿਹਾ ਗਿਆ, ਸਵਾਸ ਰੁਕ ਗਏ ਜਾਂ ਮਨ ਰੁਕ ਗਿਆ, ਧਿਆਨ ਰੁਕ ਗਿਆ, ਖਿਆਲ ਨਾ ਰਵੇ, ਉਹਨੂੰ ਨੀਂਦ ਨਾ ਸਮਝਿਓ, ਸੁਸਤੀ ਨਾ ਸਮਝਿਓ। ਹੋ ਸਕਦਾ ਹੈ ਕਿ ਉਹ ਸਰੀਰ ਤੇ ਆਤਮਾ ਦਾ ਸੰਪਰਕ ਕਦੀ ਨਹੀਂ ਰਹਿੰਦਾ ਤੇ ਉਸ ਰੱਬ ਨਾਲ ਸੁਰਤ ਜੁੜ ਜਾਂਦੀ ਹੈ। ਇਹੀ ਤੇ ਨਿਜ ਘਰ ਦੇ ਵਾਸੇ ਦੀ ਗੱਲ ਹੈ। ਉਸ ਪ੍ਰਮਾਤਮਾ ਦੇ ਤੱਕ ਪਹੁੰਚਣ ਦਾ ਪ੍ਰਭਾਵ ਹੀ ਇਸ ਪ੍ਰਕਾਰ ਦੇ ਨਾਲ ਲਿਖਿਆ ਗਿਆ ਹੈ। ਉਦੋਂ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੁੜ ਗਏ, ਉੱਥੇ ਮਨ ਜੁੜ ਗਿਆ। ਪਹਿਲੋਂ ਮਨ ਕਿਸੇ ਹੋਰ ਨੇ ਸਿਖਾਇਆ ਹੋਇਆ ਸੀ, ਹੁਣ ਮਨ ਗੁਰੂ ਦੇ ਸਿਖਾਏ ਉੱਤੇ ਚੱਲ ਰਿਹਾ ਹੈ। ਤੇ ਜਦੋਂ ਗੁਰੂ ਦੇ ਸਿਖਾਏ ਦੇ ਉੱਤੇ ਮਨ ਚੱਲਦਾ ਹੈ, ਫਿਰ ਇਹ ਪ੍ਰਮਾਤਮਾ ਨਾਲ ਜੁੜ ਹੀ ਜਾਏਗਾ। ਫਿਰ ਇਹਨੂੰ ਉਹ ਆਤਮਿਕ ਰਸ ਆਉਣ ਲੱਗ ਪੈਂਦਾ ਹੈ। ਉਹ ਸੰਸਾਰਕ ਤੌਰ ਤੋਂ ਹਟ ਕੇ ਫਿਰ ਕੇਵਲ ਨਾਮ ਨਾਲ ਜੁੜ ਜਾਂਦਾ ਹੈ। ਤੇ ਨਾਮ ਨਾਲ ਜੁੜਿਆ ਹੋਇਆ ਮਨ ਉਸ ਪ੍ਰਮਾਤਮਾ ਦੇ ਤੱਕ ਪਹੁੰਚਣ ਦਾ ਯਤਨ ਕਰਦਾ ਹੈ, ਜਿਹਨੂੰ ਕਬੀਰ ਸਾਹਿਬ ਨੇ ਕਿਹਾ ਹੈ ਕਿ ਫਿਰ ਉਹ ਨਿਜ ਘਰ ਦੇ ਵਿੱਚ ਪਹੁੰਚਣ ਦਾ ਯਤਨ ਹੁੰਦਾ ਹੈ। ਉੱਥੇ ਫਿਰ ਉਹ ਪ੍ਰਵੇਸ਼ ਮਿਲਦਾ ਹੈ। ਤੇ ਜਦੋਂ ਇਸ ਪੱਖ ਵਿੱਚ ਹੋ ਜਾਏ ਤੇ ਫਿਰ ਸਤਿਗੁਰ ਪਾਤਸ਼ਾਹ ਜੀ ਨੇ ਕਿਹਾ ਜਦੋਂ ਅਸੀਂ ਮਨ ਨੂੰ ਚਲਾ ਲਿਆ ਗੁਰੂ ਦੇ ਹਿਸਾਬ ਨਾਲ, ਤੇ ਫਿਰ ਕੀ ਹੁੰਦਾ ਹੈ, ਦਰ ਮਾਦੇ ਠਾਡੇ ਦਰਬਾਰ, ਫਿਰ ਰੱਬ ਦੇ ਦੁਆਰੇ ਤੇ ਜਾ ਖਲੋਨੇ ਆ, ਪਰਮਾਤਮਾ ਦੇ ਦਰਵਾਜ਼ੇ ਤੇ ਖੜੇ ਹੋ ਗਏ। ਤੇ ਜਦੋਂ ਫਿਰ ਉਹਨੂੰ ਪੁਕਾਰ ਕਰਾਂਗੇ ਤੇ ਤੁਸੀਂ ਵੀ ਜੇ ਇਹੀ ਸਮਝੋ ਨਾ ਵੀ ਹਾਂ ਪ੍ਰਮਾਤਮਾ ਹੁਣ ਤੇਰੇ ਦੁਆਰੇ ਤੱਕ ਆ ਗਏ ਆ, ਮਨ ਵੀ ਜੁੜ ਗਿਆ, ਬਾਣੀ ਵੀ ਪੜ੍ਹ ਲਈ, ਗੁਰੂ ਕੇ ਕਹੇ ਅਨੁਸਾਰ ਚੱਲਣ ਵੀ ਲੱਗ ਪਏ, ਤੇ ਫਿਰ ਇਹ ਪ੍ਰਤੀਤ ਹੋਏਗਾ ਵੀ ਬਸ ਹੁਣ ਤੇ ਰੱਬ ਦੇ ਦੁਆਰੇ ਤੇ ਖਲੋਤੇ ਆ।
ਤੇ ਰੱਬ ਦੇ ਦੁਆਰੇ ਤੇ ਖਲੋ ਕੇ, ਵਾਹਿਗੁਰੂ ਦੇ ਦਰਵਾਜ਼ੇ ਖਲੋ ਕੇ ਫਿਰ ਇਹੀ ਕਹਾਂਗੇ ਨਾ, ਪ੍ਰਮਾਤਮਾ ਹੁਣ ਦਰਵਾਜ਼ਾ ਖੋਲ। ਤੇ ਮਹਾਰਾਜ ਨੇ ਕੀਤੀ ਹੈ ਬੇਨਤੀ, ਦਰਮਾਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੈ ਖੋਲ ਕੇ ਵਾਰ। ਵੀ ਹੇ ਪ੍ਰਮਾਤਮਾ ਹੁਣ ਤੇ ਤੇਰੇ ਦੁਆਰੇ ਤੱਕ ਆ ਗਏ ਆ, ਹੁਣ ਦਰਵਾਜ਼ਾ ਖੋਲ ਕੇ ਤੇ ਆਪਣੇ ਦਰਸ਼ਨ ਦੇ ਦੇ। ਹੁਣ ਜਦੋਂ ਦਿਲੋਂ ਇਹ ਪੁਕਾਰ ਹੋਵੇ ਨਾ, ਤੇ ਫਿਰ ਪ੍ਰਮਾਤਮਾ ਵੀ ਕਿਤੇ ਪਿੱਛੇ ਨਹੀਂ ਹਟਦਾ। ਭਾਵਨਾ ਜਿਸ ਦੀ ਪਵਿੱਤਰ ਹੋਵੇ, ਰੱਬ ਫਿਰ ਪਿੱਛੇ ਨਹੀਂ ਹਟਦਾ, ਉਹ ਵੀ ਆਪਣੇ ਪਿਆਰਿਆਂ ਲਈ ਦਰਵਾਜ਼ੇ ਖੋਲ ਦਿੰਦਾ ਹੈ, ਬਖਸ਼ਿਸ਼ ਦੇ ਵੀ, ਆਪਣੇ ਘਰ ਦੇ ਵੀ। ਸਾਰੀਆਂ ਰਹਿਮਤਾਂ ਫਿਰ ਆਪਣੇ ਆਪ ਪ੍ਰਾਪਤ ਹੁੰਦੀਆਂ ਹਨ। ਇਸ ਲਈ ਗੁਰੂ ਸਵਾਰਿਓ, ਜਦ ਉਸ ਦੇ ਦਰ ਤੇ ਪਹੁੰਚਾਂਗੇ ਤੇ ਉਹ ਪ੍ਰਮਾਤਮਾ ਤੇ ਦਰਵਾਜ਼ੇ ਖੋਲਣ ਨੂੰ ਤਿਆਰ ਹੈ, ਔਰ ਉਹਨੇ ਫਿਰ ਅੰਦਰ ਲੈ ਲੈਣਾ। ਜਦੋਂ ਉਸਨੇ ਕਿਤੇ ਆਪ ਉਸ ਅਵਸਥਾ ਤੱਕ ਪਹੁੰਚਾਇਆ, ਜਿਵੇਂ ਕਬੀਰ ਸਾਹਿਬ ਨੇ ਕਿਹਾ, ਫਿਰ ਦਰਵਾਜ਼ੇ ਅੰਦਰ ਜਾ ਕੇ ਕੀ ਹੋਏਗਾ। ਰੱਬ ਦੇ ਘਰ ਤੱਕ ਪਹੁੰਚੇ, ਬੇਨਤੀ ਕੀਤੀ, ਰੱਬਾ ਦਰਵਾਜ਼ਾ ਖੋਲ। ਰੱਬ ਨੇ ਦਰਵਾਜ਼ਾ ਖੋਲ ਦਿੱਤਾ। ਸਵਾਗਤ ਪ੍ਰਮਾਤਮਾ ਕਿਵੇਂ ਕਰਦਾ ਹੈ ਭਗਤਾਂ ਦਾ, ਕਹਿਣ ਲੱਗੇ ਅਬ ਤੋਂ ਜਾਏ ਚੜ੍ਹੇ ਸਿੰਘਾਸਨ। ਜਿੱਥੇ ਰੱਬ ਬੈਠਦਾ ਉੱਥੇ ਹੀ ਪ੍ਰਮਾਤਮਾ ਬਿਠਾਉਂਦਾ ਆਪਣੇ ਭਗਤਾਂ ਨੂੰ। ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ। ਸੁਰਤ ਕਰਕੇ ਹਰ ਬੰਦਾ ਰੱਬ ਦੇ ਸਿੰਘਾਸਨ, ਕਿਉਂਕਿ ਲੀਨ ਉਸੇ ਵਿੱਚ ਹੋਣਾ ਹੈ। ਉਹਨੇ ਵੱਖਰਾ ਸਿੰਘਾਸਨ ਜਾਂ ਵੱਖਰੀ ਕੋਈ ਕੁਰਸੀ ਨਹੀਂ, ਜਾਂ ਆਪਣੇ ਤੋਂ ਹੇਠਾਂ ਕੋਈ ਜਗ੍ਹਾ ਨਹੀਂ ਬਣਾਈ। ਜਦ ਉਸਦੇ ਪਿਆਰੇ ਉਹਦੇ ਤੱਕ ਪਹੁੰਚਦੇ ਨੇ, ਦਰਵਾਜ਼ਾ ਖੋਲਦਾ ਹੈ, ਅੰਦਰ ਜਾਂਦੇ ਨੇ, ਰੱਬ ਦੇ ਘਰ ਪਹੁੰਚੇ, ਤੇ ਫਿਰ ਤੇ ਜਾ ਕੇ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ, ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਫਿਰ ਤੇ ਇੱਕ ਮਿਕਤਾ ਪ੍ਰਾਪਤ ਹੋ ਜਾਂਦੀ ਹੈ, ਉਹ ਹੈ ਨਿਜ ਘਰ। ਤੇ ਜਿਨ੍ਹਾਂ ਨੇ ਨਾਮ ਜਪਿਆ, ਭਗਤੀ ਕੀਤੀ, ਉਸ ਨਿਜ ਘਰ ਤੱਕ ਪਹੁੰਚਦੇ ਨੇ, ਭਾਵ ਉਸ ਵਿੱਚ ਲੀਨ ਹੋਣਾ। ਹੁਣ ਜਿਹੜਾ ਰੱਬ ਵਰਗਾ ਹੋ ਗਿਆ, ਰੱਬ ਵਿੱਚ ਲੀਨ ਹੋ ਗਿਆ, ਪਰਮਾਤਮਾ ਦੇ ਘਰ ਤੱਕ ਪਹੁੰਚ ਗਿਆ, ਉਹਦੇ ਲਈ ਕੋਈ ਕਿਉਂ ਰੋਵੇ। ਇਹ ਗੱਲ ਕਬੀਰ ਸਾਹਿਬ ਸਮਝਾਉਣਾ ਚਾਹ ਰਹੇ ਨੇ, ਬਈ ਸੰਤ ਮੂਏ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ। ਉਹ ਤਾਂ ਆਪਣੇ ਘਰ ਪਹੁੰਚ ਗਿਆ ਨਾ, ਤੇ ਜਦ ਘਰ ਪਹੁੰਚ ਗਿਆ ਤੇ ਇਹ ਤੇ ਗੁਰੂ ਸਵਾਰਿਓ ਫਿਰ ਵੱਡੇ ਭਾਗਾਂ ਵਾਲੀ ਅਵਸਥਾ ਹੋਈ, ਰੋਣ ਵਾਲੀ ਤੇ ਕੋਈ ਨਹੀਂ। ਇਹ ਤੇ ਅਸੀਂ ਵੀ ਆਪਣੇ ਮਨ ਨੂੰ ਇਕਾਗਰ ਕਰਕੇ ਇਹ ਕਹੀਏ ਨਾ, ਬੇਨਤੀ ਕਰੀਏ ਵੀ ਪ੍ਰਮਾਤਮਾ ਹੁਣ ਤੇ ਸਾਡੇ ਮਨ ਵਿੱਚ ਵੀ ਇਹ ਉਮੀਦ ਬਣੀ ਹੈ, ਹਉ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹੇ ਕਬ ਗੱਲ ਲਾਵੇਂਗੇ। ਵਾਹਿਗੁਰੂ ਕਬੀਰ ਸਾਹਿਬ ਨੂੰ ਤੇ ਤੂੰ ਸਿੰਘਾਸਨ ਤੇ ਬਿਠਾ ਲਿਆ, ਉਹ ਤੇ ਤੇਰੇ ਦਰ ਤੱਕ ਪਹੁੰਚ ਗਏ। ਹੁਣ ਤੇ ਸਾਡੇ ਮਨ ਵਿੱਚ ਵੀ ਤਾਂਘ ਪੈਦਾ ਹੋਈ ਹੈ ਕਿ ਅਸੀਂ ਵੀ ਪ੍ਰਮਾਤਮਾ ਹੁਣ ਤੇਰੇ ਤੱਕ ਆਉਣਾ ਚਾਹੁੰਦੇ ਹਾਂ, ਤੇਰੇ ਗਲੇ ਲੱਗਣਾ ਚਾਹੁੰਦੇ ਹਾਂ। ਤੇ ਗੁਰੂ ਸਵਾਰਿਓ, ਜੇ ਰੱਬ ਦੇ ਚਰਨਾਂ 'ਚ ਐਸੀ ਬੇਨਤੀ ਕਰਨੀ ਹੋਵੇ ਤੇ ਸਾਰੇ ਹੁਣ ਮਨੋਵਿਰਤੀਆਂ ਕਰੋ ਇਕਾਗਰ, ਤੇ ਮਨ ਵਿੱਚ ਇਹ ਪੁਕਾਰ ਰੱਖ ਕੇ ਵਾਹਿਗੁਰੂ ਤੇਰੇ ਦੀਦਾਰ ਕਰਨੇ ਹਨ, ਉਹਦੇ ਦਰ ਤੱਕ ਪਹੁੰਚ ਕਰਨੀ ਹੈ। ਸੋ ਉਸ ਦੀ ਪੁਕਾਰ ਵਾਸਤੇ ਆਓ ਸਾਰੇ ਮਨੋਵਿਰਤੀਆਂ ਜੋੜਦੇ ਹੋਏ